ਸਤਿ ਸ਼੍ਰੀ ਅਕਾਲ। ਮਾਈਸੈਲਫ ਡਾਕਟਰ ਵਿਕਰਮਜੀਤ ਸਿੰਘ। ਇਸ ਚੈਨਲ ਦੇ ਰਾਹੀਂ ਮੇਰਾ ਮਾਧਿਅਮ ਆਪਣੇ ਪੋਪੂਲੇਸ਼ਨ ਵਿੱਚ ਜੋ ਵੀ ਕਾਮਨ ਏਲਮੈਂਟਸ ਯਾਨੀ ਕਿ ਬੀਪੀ, ਕੈਂਸਰ, ਓਬੈਸਿਟੀ, ਮੋਟਾਪਾ, ਸਰਦੀ, ਜ਼ੁਕਾਮ ਔਰ ਈਵਨ ਕੋਵਿਡ ਦੀਆਂ ਮਿਸਕਨਸੈਪਸ਼ਨਸ ਅਤੇ ਉਹਨਾਂ ਦੇ ਰੋਕਥਾਮ ਦੇ ਲਈ ਜੋ ਵੀ ਆਪਾਂ ਕਰ ਸਕਦੇ ਹਾਂ, ਵੇਜ਼ ਹੈ, ਟਰੀਟਮੈਂਟ ਹੈ, ਪ੍ਰੀਵੈਂਸ਼ਨ ਹੈ, ਉਹ ਤੁਹਾਡੇ ਸਾਹਮਣੇ ਲਿਆਉਣਾ ਹੈ। ਅੱਜ ਅਸੀਂ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਬਾਰੇ। ਬਲੱਡ ਪ੍ਰੈਸ਼ਰ ਜੋ ਕਿ ਸਾਇਲੈਂਟ ਕਿਲਰ ਦੇ ਨਾਮ ਨਾਲ ਵੀ ਮਸ਼ਹੂਰ ਹੈ, ਉਸ ਬਾਰੇ ਅਸੀਂ ਗੱਲ ਕਰਾਂਗੇ ਅੱਜ। ਕੀ ਤੁਸੀਂ ਜਾਣਦੇ ਹੋ ਬਲੱਡ ਪ੍ਰੈਸ਼ਰ ਦੀ ਪ੍ਰੈਵਲੈਂਸ ਯਾਨੀ ਕਿ ਇਹ ਕਿੰਨੀ ਪੋਪੂਲੇਸ਼ਨ ਵਿੱਚ ਹੋ ਸਕਦਾ ਹੈ, ਉਹਦੀ ਕਿੰਨੀ ਪਰਸੈਂਟੇਜ ਹੈ? ਇੱਕ 2018 ਦੀ ਸਟੱਡੀ ਦੇ ਅਕੋਰਡਿੰਗ ਇਸ ਦੀ ਪਰਸੈਂਟੇਜ ਕਰੀਬਨ 27.8% ਹੈ ਔਰ ਉਸ ਵਿੱਚੋਂ 80% ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਯਾਨੀ ਕਿ ਹਾਈਪਰਟੈਂਸ਼ਨ ਦੀ ਸ਼ਿਕਾਇਤ ਹੈ। ਸੋ ਇਹ ਸਭ ਜਾਣਦੇ ਹੋਏ ਆਪਾਂ ਨੂੰ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਬਲੱਡ ਪ੍ਰੈਸ਼ਰ ਦੇ ਕਿਵੇਂ ਉਸ ਤੋਂ ਬਚੀਏ। ਸੋ ਬਲੱਡ ਪ੍ਰੈਸ਼ਰ ਸਾਡੀ ਨਾੜੀਆਂ ਜਾਂ ਵੈਸਲਸ ਨੂੰ ਅਸੀਂ ਕਹਿੰਦੇ ਹਾਂ, ਉਹਦੇ ਉੱਪਰ ਜਿੰਨਾ ਪ੍ਰੈਸ਼ਰ ਬਲੱਡ ਉਹਨਾਂ ਉੱਪਰ ਪਾਉਂਦਾ ਹੈ ਉਸ ਨੂੰ ਬਲੱਡ ਪ੍ਰੈਸ਼ਰ ਕਹਿੰਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਉਹ ਕਿੰਨੇ ਫਲੋ ਦੇ ਨਾਲ ਆ ਰਿਹਾ। ਇੱਕ ਗਲਤ ਧਾਰਨਾ ਲੋਕਾਂ ਵਿੱਚ ਹੈ ਕਿ ਇਹ ਫਲੋ ਹੈ, ਇਹ ਫਲੋ ਨਹੀਂ ਹੈ, ਇਹ ਪ੍ਰੈਸ਼ਰ ਹੈ ਜੋ ਕਿ ਨਾੜੀਆਂ ਉੱਪਰ ਬਲੱਡ ਪਾਉਂਦਾ ਹੈ। ਡੈਫੀਨੇਸ਼ਨ ਆਪਾਂ WHO ਦੀ ਅਕੋਰਡਿੰਗ ਚੱਲੀਏ ਤਾਂ ਬਾਈ ਡੈਫੀਨੇਸ਼ਨ blood pressure is more than 140/90 and this is systolic and diastolic। ਇਹ ਕਾਮਨ ਭਾਸ਼ਾ ਵਿੱਚ ਅਗਰ ਅਸੀਂ ਸਮਝੀਏ ਤਾਂ 140/90 ਤੋਂ ਉੱਪਰ ਅਸੀਂ ਉਹਨੂੰ ਹਾਈ BP ਦੀ ਸ਼ਿਕਾਇਤ ਮੰਨਦੇ ਹਾਂ। ਇਹਦੇ ਟਾਈਪਸ ਆਪਾਂ ਦੇਖੀਏ ਤਾਂ ਇਹਦੇ ਦੋ ਟਾਈਪਸ ਹੁੰਦੇ ਆ, ਇਸੈਂਸ਼ੀਅਲ ਤੇ ਇੱਕ ਹੁੰਦਾ ਸੈਕੰਡਰੀ ਹਾਈਪਰਟੈਂਸ਼ਨ। ਇਸੈਂਸ਼ੀਅਲ ਹਾਈਪਰਟੈਂਸ਼ਨ ਅਸੀਂ ਕਹਿੰਦੇ ਹਾਂ ਜਿਸ ਵਿੱਚ ਕੋਈ ਅੰਡਰਲਾਈਨ ਕਾਜ਼ ਨਹੀਂ ਮਿਲਦਾ, ਯਾਨੀ ਕਿ ਉਹਦਾ ਸਾਨੂੰ ਕੋਈ ਰੀਜ਼ਨ ਨਹੀਂ ਲੱਭਦਾ। ਸੈਕੰਡਰੀ ਇਹਦਾ ਸਾਡੇ ਕੋਲ ਰੀਜ਼ਨ ਹੁੰਦਾ ਹੈ ਬਟ ਦਿਸ ਇਜ਼ ਲੈਸ ਕਾਮਨ। ਹੁਣ ਬਲੱਡ ਪ੍ਰੈਸ਼ਰ ਦੀ ਅਸੀਂ ਕਲਾਸੀਫਿਕੇਸ਼ਨ ਕਰਦੇ ਹਾਂ। ਕਲਾਸੀਫਿਕੇਸ਼ਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੋਵੇਗਾ ਕਿ ਬਲੱਡ ਪ੍ਰੈਸ਼ਰ ਅਸੀਂ ਮੇਜਰ ਕਿਵੇਂ ਕਰਦੇ ਹਾਂ। ਬਲੱਡ ਪ੍ਰੈਸ਼ਰ ਨੂੰ ਮੇਜਰ ਕਰਨ ਦਾ ਤਰੀਕਾ ਅਸੀਂ ਮਰਕਰੀ ਸਫਿਗਮੈਨੋਮੀਟਰ ਯੂਜ਼ ਕਰਦੇ ਹਾਂ, ਜੋ ਕਿ ਤੁਸੀਂ ਆਮ ਤੌਰ 'ਤੇ ਕਲੀਨਿਕ ਜਾਂ ਕਿਸੇ ਹਸਪੀਟਲ ਦੇ ਵਿਜ਼ਿਟ ਦੇ ਜਦੋਂ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਅਤੇ ਉਹ ਤੁਹਾਡੇ ਇੱਕ ਕਫ ਜਿਹਨੂੰ BP ਕਫ ਜਾਂ ਸਫਿਗਮੈਨੋਮੀਟਰ ਕਹਿੰਦੇ ਹਾਂ, ਉੱਥੇ ਉਹ ਚੈੱਕ ਕਰਦੇ ਆ ਅਤੇ ਤੁਹਾਨੂੰ ਸਟੈਥੋਸਕੋਪ ਦੇ ਰਾਹੀਂ ਤੁਹਾਡਾ ਉੱਪਰਲਾ ਅਤੇ ਥੱਲੜਾ ਜਿਵੇਂ ਕਿ ਜਿਹਨੂੰ ਅਸੀਂ ਸਿਸਟੋਲਿਕ ਅਤੇ ਡਾਇਸਟੋਲਿਕ ਕਹਿੰਦੇ ਹਾਂ ਉਹ ਤੁਹਾਨੂੰ ਦੱਸਦੇ ਆ। ਘਰ ਤੁਸੀਂ ਡਿਜੀਟਲ ਮੋਨੀਟਰਸ ਦੇ ਨਾਲ ਇਸ ਨੂੰ ਮੋਨੀਟਰ ਕਰ ਸਕਦੇ ਹੋ। ਰੀਡਿੰਗ ਲੈਣ ਦਾ ਤਰੀਕਾ ਇਹ ਹੈ ਕਿ ਦੋ ਰੀਡਿੰਗਸ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਟੂ ਲੇਬਲ ਕਿ ਇਟ ਇਜ਼ ਹਾਈਪਰਟੈਂਸਿਵ ਔਰ ਨੋਟ, ਐਂਡ ਇਹਨਾਂ ਰੀਡਿੰਗ ਵਿੱਚ ਘੱਟੋ ਘੱਟ ਨਹੀਂ 1-2 ਦਿਨ ਦਾ ਫਰਕ ਹੋਣਾ ਚਾਹੀਦਾ ਹੈ। ਕਲਾਸੀਫਿਕੇਸ਼ਨ ਅਸੀਂ ਕਰੀਏ ਨੋਰਮਲ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 120 ਸਿਸਟੋਲਿਕ ਐਂਡ 80 ਡਾਇਸਟੋਲਿਕ। ਪ੍ਰੀ ਹਾਈਪਰਟੈਂਸਿਵ ਆਪਾਂ ਕਵਾਂਗੇ ਅਗਰ ਇਹ ਹੁੰਦਾ ਹੈ 120 to 139 ਸਿਸਟੋਲਿਕ ਐਂਡ 80 to 99 ਡਾਇਸਟੋਲਿਕ। ਸਟੇਜ 1 ਹਾਈਪਰਟੈਂਸ਼ਨ ਅਸੀਂ ਕਵਾਂਗੇ ਜਦ BP 140 to 159 ਅਤੇ 91 to 99 ਹੁੰਦਾ ਹੈ। ਸਟੇਜ 2 ਹਾਈਪਰਟੈਂਸ਼ਨ ਯਾਨੀ ਕਿ ਜ਼ਿਆਦਾ ਗੰਭੀਰ ਹਾਈਪਰਟੈਂਸ਼ਨ ਅਸੀਂ ਕਵਾਂਗੇ ਅਗਰ ਇਹ ਮੋਰ ਦੈਨ ਹੁੰਦਾ ਹੈ 160 ਸਿਸਟੋਲਿਕ ਐਂਡ ਮੋਰ ਦੈਨ 100 ਥੱਲੇ ਵਾਲਾ ਜਾਂ ਕਿ ਡਾਇਸਟੋਲਿਕ। ਇੰਸੀਡੈਂਸ ਦੀ ਗੱਲ ਕੀਤੀ ਜਾਵੇ 25% ਅਰਬਨ ਪੋਪੂਲੇਸ਼ਨ ਵਿੱਚ ਅਤੇ 10% ਰੂਰਲ ਪੋਪੂਲੇਸ਼ਨ ਵਿੱਚ ਇਹ ਦੇਖਿਆ ਜਾਂਦਾ ਹੈ। ਇਸ ਦਾ ਫਰਕ ਸਿੱਧਾ ਸਾਦਾ ਸਾਡੇ ਲਾਈਫ ਸਟਾਈਲ ਦੇ ਨਾਲ ਹੈ ਅਤੇ ਸਾਡੀ ਖਾਣ ਪੀਣ ਦੀਆਂ ਆਦਤਾਂ, ਐਕਸਰਸਾਈਜ਼, ਸਾਡੀ ਲਾਈਫ ਸਟਾਈਲ ਕਿਹੋ ਜਿਹਾ ਇਹਦੇ ਨਾਲ ਫਰਕ ਪੈਂਦਾ ਹੈ। ਰਿਸਕ ਕਿਸੇ ਵੀ ਪ੍ਰੋਬਲਮ ਨੂੰ ਅਸੀਂ ਅਗਰ ਉਹਦੀ ਰੋਕਥਾਮ ਦੇ ਲਈ ਟਰੀਟ ਕਰਨਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਰਿਸਕ ਦੱਸਣੇ ਬਹੁਤ ਜ਼ਰੂਰੀ ਹੁੰਦੇ ਹਨ। ਸਭ ਤੋਂ ਪਹਿਲਾ ਰਿਸਕ ਇੱਕ ਏਜ। ਵਿਦ ਏਜ ਯੈਸ ਸਾਡੀ ਜੋ ਨਾੜੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਵਿੱਚ ਐਥੀਰੋਸੈਕਲੋਰਿਸਿਸ ਯਾਨੀ ਕਿ ਖੂਨ ਦੀ ਚਰਬੀ ਜਨਮਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਰਕੇ ਕਿ ਸਾਡੀ ਨਾੜੀ ਪਤਲੀ ਹੋ ਜਾਂਦੀ ਹੈ। ਜਿੱਦਾਂ ਹੀ ਪਤਲੀ ਹੋਏਗੀ ਤੇ ਉਹ ਬਲੱਡ ਜ਼ਿਆਦਾ ਪ੍ਰੈਸ਼ਰ ਨਾੜੀ ਤੇ ਪਾਏਗਾ, ਜਿਸ ਕਰਕੇ ਕਿ ਬਲੱਡ ਪ੍ਰੈਸ਼ਰ ਵਧੇਗਾ। ਨੰਬਰ 2 ਤੇ ਅਸੀਂ ਗੱਲ ਕਰਾਂਗੇ
ਇਹ ਮੇਲਸ ਵਿੱਚ ਜ਼ਿਆਦਾ ਕਾਮਨ ਹੁੰਦਾ ਹੈ ਐਂਡ ਫੀਮੇਲਸ ਵਿੱਚ ਆਫਟਰ 45 ਈਅਰਸ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਲੈਸ ਦੈਨ 45 ਵਿੱਚ ਕਿਉਂਕਿ ਈਸਟ੍ਰੋਜਨ ਦਾ ਅਸਰ ਹੁੰਦਾ ਹੈ, ਇਸ ਲਈ ਬਲੱਡ ਪ੍ਰੈਸ਼ਰ ਜ਼ਿਆਦਾ ਨਹੀਂ ਦੇਖਿਆ ਜਾਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਰਿਸਕ ਨਹੀਂ ਹੈ, ਰਿਸਕ ਇਕੁਅਲ ਹੀ ਹੁੰਦਾ ਹੈ, ਪਰ ਦੇਖਣ ਵਿੱਚ ਆਇਆ ਹੈ ਕਿ ਮੇਲਸ ਵਿੱਚ ਆਮ ਤੌਰ ਤੇ ਫੀਮੇਲਸ 'ਚ ਮੋਰ ਦੈਨ 45 ਇਹ ਜ਼ਿਆਦਾ ਪ੍ਰੈਵਲੈਂਟ ਹੈ। ਹੋਰ ਰਿਸਕ ਫੈਕਟਰਸ 'ਚ ਓਬੈਸਿਟੀ, ਮੋਟਾਪਾ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮੋਟਾਪਾ ਇੱਕ ਸਾਇਲੈਂਟ ਕਿਲਰ ਹੀ ਸਮਝੋ। ਬਲੱਡ ਪ੍ਰੈਸ਼ਰ ਮੋਟਾਪੇ ਦੇ ਵਜ੍ਹਾ ਨਾਲ ਜੋ ਕਿ ਖੂਨ ਦੇ ਅੰਦਰ ਚਰਬੀ ਇਕੱਠੀ ਕਰਨੀ ਸਟਾਰਟ ਹੋ ਜਾਂਦਾ ਹੈ ਦੇ ਨਾਲ ਬਹੁਤ ਹੀ ਕਾਮਨਲੀ ਰਿਲੇਟਡ ਏਲਮੈਂਟ ਹੈ। ਫਿਰ ਅਸੀਂ ਗੱਲ ਕਰਾਂਗੇ ਫੈਮਿਲੀ ਹਿਸਟਰੀ ਬਾਰੇ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਇਹ ਫੈਮਿਲੀਜ਼ ਵਿੱਚ ਰਨ ਕਰਦਾ ਹੈ। ਸੋ ਅਗਰ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਮਾਂ ਪਿਓ ਨੂੰ ਕਿਸੇ ਨੂੰ ਵੀ ਫਸਟ ਡਿਗਰੀ ਰਿਲੇਟਿਵਸ ਵਿੱਚੋਂ ਹਾਈਪਰਟੈਂਸ਼ਨ ਹੈ ਤੇ ਤੁਸੀਂ ਇਹਦੇ ਲਈ ਜ਼ਿਆਦਾ ਰਿਸਕ ਤੇ ਹੋ। ਸੈਡੈਂਟਰੀ ਲਾਈਫਸਟਾਈਲ, ਉਹਦੇ ਕਰਕੇ ਵੀ ਕਾਫੀ ਫਰਕ ਪੈਂਦਾ ਹਾਈਪਰਟੈਂਸ਼ਨ ਤੇ। ਟੀਵੀ ਅੱਗੇ ਬੈਠੇ ਰਹਿੰਦੇ ਆ ਜਾਂ ਵੀਡੀਓ ਗੇਮਸ ਖੇਡਦੇ ਰਹਿੰਦੇ ਆ ਬੱਚੇ, ਜਾਂ ਅਸੀਂ ਸਾਰਾ ਦਿਨ ਕੁਝ ਨਹੀਂ ਕਰਦੇ ਦੇ ਕਰਕੇ ਵੀ ਬਲੱਡ ਪ੍ਰੈਸ਼ਰ ਜ਼ਿਆਦਾ ਪ੍ਰੈਵਲੈਂਸ ਵਿੱਚ ਦੇਖਿਆ ਗਿਆ ਹੈ। ਸਟ੍ਰੈਸ ਦੇ ਨਾਲ ਸਾਡੀ ਬੋਡੀ ਵਿੱਚ ਹਾਰਟ ਪੰਪ ਕਰਨ ਦੀ ਥੋੜੀ ਜਿਹੀ ਟੈਕੀਕਾਰਡੀਆ ਵਿੱਚ ਆ ਜਾਂਦਾ ਹੈ, ਜਿਸ ਕਰਕੇ ਕਿ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਹਾਈ ਕੋਲੈਸਟਰੋਲ ਇਨਟੇਕ, ਹਾਈ ਸੋਡੀਅਮ ਇਨਟੇਕ ਜਾਂ ਫਿਰ ਲੋ ਫਰੂਟ ਕੰਜ਼ੰਪਸ਼ਨ, ਇਹ ਚੀਜ਼ਾਂ ਬਹੁਤ ਹੀ ਕਾਮਨਲੀ ਰਿਲੇਟਡ ਹੈ ਵਿਦ ਹਾਈਪਰਟੈਂਸ਼ਨ। ਹਾਈ ਕੋਲੈਸਟਰੋਲ ਵਿੱਚ ਅਸੀਂ ਜੋ ਵੀ ਅਨਸੈਚੂਰੇਟਡ ਫੈਟੀ ਐਸਿਡਸ ਜਿੱਦਾਂ ਕਿ ਅਸੀਂ ਤਲੀਆਂ ਚੀਜ਼ਾਂ ਖਾਂਦੇ ਹਾਂ ਜਾਂ ਰਿਫਾਈਨਡ ਦਾ ਤੇਲ ਦਾ ਇਸਤੇਮਾਲ ਕਰਦੇ ਹਾਂ, ਇਹ ਸਭ ਕਾਮਨਲੀ ਰਿਲੇਟਡ ਹੈ ਹਾਈਪਰਟੈਂਸ਼ਨ ਦੇ ਨਾਲ। ਸੋਡੀਅਮ ਸਾਡੇ ਸਰੀਰ ਵਿੱਚ ਖੂਨ ਨੂੰ, ਪਾਣੀ ਨੂੰ ਇਕੱਠਾ ਕਰਦਾ ਹੈ। ਪਾਣੀ ਦੇ ਇਕੱਠੇ ਹੋਣ ਦੇ ਨਾਲ ਸਾਡੇ ਬੋਡੀ ਵਿੱਚ ਜੋ ਕਿ ਧਮਨੀਆਂ, ਨਾੜੀਆਂ ਉੱਪਰ ਖੂਨ ਦਾ ਪ੍ਰਵਾਹ ਵਧਣ ਕਰਕੇ ਬਲੱਡ ਪ੍ਰੈਸ਼ਰ ਵੱਧਦਾ ਹੈ। ਵੇਜ਼ੋ ਕੰਸਟ੍ਰਿਕਸ਼ਨ ਹੁੰਦੀ ਹੈ, ਜਿਸ ਕਰਕੇ ਕਿ ਬਲੱਡ ਪ੍ਰੈਸ਼ਰ ਦਾ ਵਧਣਾ ਲਾਜ਼ਮੀ ਹੈ। ਸੋ ਸੋਡੀਅਮ ਨੂੰ ਘਟਾਇਆ ਜਾਵੇ। ਕੰਪਲਿਕੇਸ਼ਨਸ ਵਿੱਚ ਸਭ ਤੋਂ ਪਹਿਲੀ ਕੰਪਲਿਕੇਸ਼ਨ ਬਲੱਡ ਪ੍ਰੈਸ਼ਰ ਦੀ ਆਪਣੇ ਕੋਲ ਆਉਂਦੀ ਹੈ। ਇਟ ਮੇ ਬੀ ਰਿਲੇਟਿਡ ਟੂ ਡਾਇਬਟੀਜ਼। ਠੀਕ ਹੈ, ਡਾਇਬਟੀਜ਼ ਤੇ ਹਾਈਪਰਟੈਂਸ਼ਨ ਇਹ ਦੋਨੋਂ ਇਕੱਠੇ ਹੀ ਜਾਂਦੇ ਆ, ਜਿਸ ਕਰਕੇ ਕਿ ਸਾਡੀਆਂ ਨਾੜੀਆਂ ਵਿੱਚ ਖੂਨ ਘਟ ਜਾਂਦਾ ਹੈ। ਟਾਰਗੇਟ ਆਰਗਨਸ ਯਾਨੀ ਕਿ ਬ੍ਰੇਨ, ਕਿਡਨੀ, ਆਈ ਤੇ ਬਾਕੀ ਆਰਗਨਸ ਨੂੰ ਖੂਨ ਦੀ ਸਪਲਾਈ ਅਫੈਕਟ ਹੁੰਦੀ ਹੈ, ਜਿਸ ਕਰਕੇ ਕਿ ਕੰਪਲਿਕੇਸ਼ਨਸ ਆਉਣ ਦਾ ਖਤਰਾ ਵੱਧ ਜਾਂਦਾ ਹੈ। ਇਹਨਾਂ ਕੰਪਲਿਕੇਸ਼ਨਸ 'ਚ ਸਭ ਤੋਂ ਪਹਿਲੀ ਕੰਪਲਿਕੇਸ਼ਨਸ ਵਿੱਚ ਆਉਂਦੀ ਹੈ ਸਟ੍ਰੋਕ। ਸੋ ਅਧਰੰਗ ਦਾ ਅਟੈਕ, ਇਹ ਬਹੁਤ ਹੀ ਕਾਮਨਲੀ ਰਿਲੇਟਡ ਹੈ ਵਿਦ ਹਾਈਪਰਟੈਂਸ਼ਨ। ਨੰਬਰ 2 ਤੇ ਬਲਾਈਂਡਨੈਸ, ਜਿਹਨੂੰ ਕਿ ਅਸੀਂ ਰੈਟੀਨਾ ਦੇ ਨਾਲ ਰਿਲੇਟਡ ਆਪਾਂ ਕਹਿ ਸਕਦੇ, ਜੋ ਸਾਡੇ ਅੱਖ ਦੇ ਵਿੱਚ ਪਰਦਾ ਹੁੰਦਾ ਹੈਗਾ, ਉਹਨੂੰ ਇਹ ਐਡਵਰਸਲੀ ਇਫੈਕਟ ਕਰਦਾ ਸਾਡਾ ਹਾਈਪਰਟੈਂਸ਼ਨ ਤੇ ਡਾਇਬਟੀਜ਼। ਨੰਬਰ 3 ਤੇ ਸਾਡੀ ਆਉਂਦੀ CKD, ਕਰੋਨਿਕ ਕਿਡਨੀ ਡਿਜ਼ੀਜ਼। ਕਿਡਨੀਜ਼ ਵਿੱਚ ਖੂਨ ਘੱਟ ਜਾਣ ਦੇ ਨਾਲ ਸਾਨੂੰ ਡਾਇਬਟਿਕ ਨੈਫਰੋਪੈਥੀ ਜਾਂ ਫਿਰ ਹਾਈਪਰਟੈਂਸਿਵ ਨੈਫਰੋਪੈਥੀ ਹੋਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਕਰਕੇ ਕਿ ਪੇਸ਼ੈਂਟ CKD ਵਿੱਚ ਲੈਂਡ ਕਰ ਸਕਦਾ ਹੈ ਤੇ ਉਸ ਨੂੰ ਡਾਇਲਿਸਿਸ ਦੀ ਲੋੜ ਪੈ ਸਕਦੀ ਹੈ। ਹੋਰ ਦੇਖਣ ਵਿੱਚ ਆਇਆ ਹੈ ਪੈਰੀਫੇਰਲ ਆਰਟੀਰੀਅਲ ਡਿਜ਼ੀਜ਼, ਜਿਵੇਂ ਕਿ ਗੈਂਗਰੀਨ, ਲੈਫਟ ਵੈਂਟਰੀਕੂਲਰ ਹਾਈਪਰਟ੍ਰੋਫੀ, ਜੋ ਕਿ ਸਾਡੇ ਹਾਰਟ ਦਾ ਸਾਈਜ਼ ਵੱਧ ਜਾਂਦਾ ਹੈ, ਹਾਰਟ ਫੇਲੀਅਰ, ਹਾਰਟ ਅਟੈਕ, ਇਹ ਸਭ ਹਾਈਪਰਟੈਂਸ਼ਨ ਦੇ ਕੰਪਲਿਕੇਸ਼ਨਸ ਵਿੱਚ ਆਉਂਦੇ ਆ। ਟਾਰਗੇਟ ਆਰਗਨਸ ਇਹ ਬਹੁਤ ਹੀ ਕਾਮਨਲੀ ਇਫੈਕਟ ਕਰਦਾ ਸਾਡੀ ਆਈਜ਼ ਨੂੰ। ਠੀਕ ਹੈ, ਇਟ ਮੇ ਲੀਡ ਟੂ ਬਲਾਈਂਡਨੈਸ। ਨੰਬਰ 2 ਬ੍ਰੇਨ ਵਿੱਚ ਸਟ੍ਰੋਕ, ਅਧਰੰਗ। ਨੰਬਰ 3 ਇਹ ਸੈਂਸੇਸ਼ਨਸ ਘਟਾ ਦਿੰਦਾ, ਜਿਹਨੂੰ ਅਸੀਂ ਪੈਰੀਫਰਲ ਨਿਊਰੋਪੈਥੀ ਵੀ ਕਹਿ ਸਕਦੇ ਹਾਂ, ਡਾਇਬਟੀਜ਼ ਦੇ ਨਾਲ ਐਸੋਸੀਏਟ ਕਰਕੇ। ਫਿਰ ਗੈਂਗਰੀਨ, CKD ਐਂਡ ਵੈਸੇ ਵੀ ਕਾਮਨਲੀ ਸਾਡੇ ਸਰੀਰ ਵਿੱਚ ਸਾਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਉਂਦਾ ਹੈ। ਹੁਣ ਅਸੀਂ ਗੱਲ ਕਰਾਂਗੇ ਇਸ ਨੂੰ ਡਾਇਗਨੋਸ ਯਾਨੀ ਕਿ ਇਸ ਦਾ ਪਤਾ ਕਿਵੇਂ ਕੀਤਾ ਜਾਵੇ। ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਇਸ ਨੂੰ ਅਸੀਂ ਸਾਇਲੈਂਟ ਕਿਲਰ ਕਹਿੰਦੇ ਹਾਂ। ਸੋ ਇਹ ਜਲਦੀ ਹੀ ਸਾਡੇ ਪਕੜ ਵਿੱਚ ਨਹੀਂ ਆਉਂਦਾ। ਇਹਦੇ ਲਈ ਸਾਨੂੰ 2 ਰੀਡਿੰਗਸ ਚਾਹੀਦੀਆਂ ਹੁੰਦੀਆਂ ਟੂ ਲੇਬਲ ਇਟ ਐਜ਼ ਹਾਈਪਰਟੈਂਸ਼ਨ। ਕੋਈ ਖਾਸ ਸਿੰਪਟਮ ਨਹੀਂ ਆਉਂਦਾ ਜਦ ਤੱਕ ਕਿ ਹਾਈਪਰਟੈਂਸਿਵ ਐਮਰਜੈਂਸੀ ਨਹੀਂ ਹੁੰਦੀ। ਸਿੰਪਟਮਸ ਵਿੱਚ ਕਈ ਵਾਰੀ ਪੇਸ਼ੈਂਟਸ ਦੇਖਿਆ ਗਿਆ ਹੈ ਕਿ ਓਸੀਪਿਟਲ ਹੈਡੇਕ
यानी कि सिर ਦੇ ਪਿਛਲੇ ਪਾਸੇ ਸਿਰ ਦੁਖਦਾ ਹੈ ਸਵੇਰੇ ਸਵੇਰੇ। ਡਿਜ਼ੀਨੈਸ यानी कि ਚੱਕਰ ਆਉਂਦੇ ਆ, ਜਾਂ ਫਿਰ ਫੇਂਟਿੰਗ ਦਾ ਅਟੈਕ, ਤੁਹਾਨੂੰ ਕਦੀ ਤੁਸੀਂ ਬੇਹੋਸ਼ ਹੋ ਸਕਦੇ ਹੋ, ਜਾਂ ਫਿਰ ਫਟੀਕ, ਜਾਂ ਅਗਰ ਬਹੁਤ ਬੀਪੀ ਹਾਈ ਹੋਵੇ ਨੱਕ ਵਿੱਚੋਂ ਖੂਨ ਆਉਣਾ ਵੀ ਲਾਜ਼ਮੀ ਹੈ। ਲੈਬ ਟੈਸਟ, ਹੁਣ ਅਗਰ ਤੁਸੀਂ ਬੀਪੀ ਤੁਹਾਨੂੰ ਹੈ ਤੇ ਅਸੀਂ ਲੈਬ ਟੈਸਟ ਵੀ ਕਰਾਉਣਾ ਚਾਹਾਂਗੇ। ਲੈਬ ਟੈਸਟ ਵਿੱਚ ਨੰਬਰ 1 ECG ਤਾਂ ਕਿ ਆਪਾਂ ਹਾਰਟ ਦੀ ਹੈਲਥ ਦੇਖ ਸਕੀਏ। ਨੰਬਰ 2 ਯੂਰਿਨ ਐਨਾਲਿਸਿਸ ਵਿੱਚ ਐਲਬਿਊਮਿਨ ਦਾ ਲੈਵਲ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ CKD ਜਿਵੇਂ ਕਿ ਮੈਂ ਦੱਸਿਆ, CKD ਇਜ਼ ਐਸੋਸੀਏਟਿਡ ਵਿਦ ਹਾਈਪਰਟੈਂਸ਼ਨ। ਅਗਰ ਤੁਹਾਡੇ ਯੂਰਿਨ ਵਿੱਚ ਐਲਬਿਊਮਿਨ ਹੈ ਤੇ ਤੁਹਾਨੂੰ ਮਾਈਕਰੋ ਐਲਬਿਊਮਿਨ ਯੂਰੀਆ ਵੀ ਹੋ ਸਕਦਾ ਹੈ, ਜੋ ਕਿ ਫਰਦਰ CKD ਵਿੱਚ ਤਬਦੀਲ ਹੋ ਸਕਦਾ ਹੈ। ਸੋ ਅਗਰ ਮਾਈਕਰੋ ਐਲਬਿਊਮਿਨ ਯੂਰੀਆ ਹੈ ਤੇ ਉਸ ਨੂੰ ਉੱਥੇ ਹੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਆਪਣੇ ਡਾਕਟਰ ਨੂੰ ਜਲਦ ਤੋਂ ਜਲਦ ਮਿਲਣਾ ਬਹੁਤ ਜ਼ਰੂਰੀ ਹੈ। CBC, ਲਿਪਿਡ ਪ੍ਰੋਫਾਈਲ, RFT, ਇਹ ਵੀ ਜ਼ਰੂਰੀ ਹਨ ਟੈਸਟ। ਲਿਪਿਡ ਪ੍ਰੋਫਾਈਲ ਸਾਡੇ ਖੂਨ ਦੇ ਵਿੱਚ ਚਰਬੀ ਦੇ ਲੈਵਲਸ ਨੂੰ ਦੱਸਦੇ ਹਨ, ਅਤੇ ਅਗਰ ਇਹ ਵੱਧ ਹੈ ਤੇ ਇਸ ਦੀ ਦਵਾਈ ਅਤੇ ਲਾਈਫਸਟਾਈਲ ਮੋਡੀਫਿਕੇਸ਼ਨ ਅਤੀ ਜ਼ਰੂਰੀ ਹਨ। ਗੋਲਸ ਆਫ ਥੈਰੇਪੀ ਯੂਜ਼ ਕਰਦੇ ਹਾਂ। ਗੋਲਸ ਸਾਡੇ ਬੇਸਿਕਲੀ ਟ੍ਰੀਟਮੈਂਟ ਇਜ਼ ਡਿਫਰੈਂਟ। ਹਾਈਪਰਟੈਂਸ਼ਨ ਦਾ ਡਾਕਟਰੀ ਟ੍ਰੀਟਮੈਂਟ ਆਪਣਾ ਅਲੱਗ ਹੁੰਦਾ। ਮੈਂ ਤੁਹਾਨੂੰ ਲਾਈਫਸਟਾਈਲ ਮੋਡੀਫਿਕੇਸ਼ਨ ਬਾਰੇ ਅੱਜ ਗੱਲ ਕਰਾਂਗਾ। ਲਾਈਫਸਟਾਈਲ ਮੋਡੀਫਿਕੇਸ਼ਨ ਬਹੁਤ ਜ਼ਰੂਰੀ ਹੈ ਹਾਈਪਰਟੈਂਸ਼ਨ ਦੀ। ਹਾਈਪਰਟੈਂਸ਼ਨ ਦੀ ਦਵਾਈ ਤੋਂ ਸਟਾਰਟ ਹੋਣ ਤੋਂ ਪਹਿਲਾਂ ਕਿਉਂ ਹੀ ਨਾ ਅਸੀਂ ਪਹਿਲਾਂ ਹੀ ਉਹਨੂੰ ਪ੍ਰੀਵੈਂਟ ਕਰ ਲਈਏ, ਕਿਉਂਕਿ ਹਮੇਸ਼ਾ ਤੋਂ ਦੇਖਿਆ ਗਿਆ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਲਾਈਫਸਟਾਈਲ ਵਿੱਚ ਸਭ ਤੋਂ ਨੰਬਰ 1 ਤੇ ਆਉਂਦਾ ਹੈ ਤੁਹਾਡੀ ਡਾਈਟ ਸ਼ੁੱਡ ਬੀ ਲੈਸ ਇਨ ਫਰਾਈਡ ਫੂਡ, ਵੈਰੀ ਲੈਸ ਇਨ ਫਰਾਈਡ ਫੂਡ। ਤੁਹਾਨੂੰ ਕੰਜ਼ੰਪਸ਼ਨ ਘਟਾਉਣੀ ਹੈ ਆਪਣੇ ਕਾਰਬਸ ਦੀ। ਕਿਲੋ ਕੈਲਰੀਜ਼ ਦਾ ਹਿਸਾਬ ਰੱਖਣਾ ਹੁੰਦਾ ਹੈ। ਸਾਡੇ ਸਰੀਰ ਵਿੱਚ 2000 ਕਿਲੋ ਕੈਲਰੀ ਜ਼ਰੂਰਤ ਹੁੰਦੀ ਹੈ ਇੱਕ ਦਿਨ ਦੀ। ਜੇ ਅਸੀਂ ਸੈਡੈਂਟਰੀ ਲਾਈਫਸਟਾਈਲ ਵਿੱਚ ਹੈਗੇ ਹਾਂ ਤੇ ਸਾਨੂੰ ਤਕਰੀਬਨ 1600 ਕਿਲੋ ਕੈਲਰੀ ਚਾਹੀਦੀ ਹੁੰਦੀ ਹੈ। ਜੇ ਅਸੀਂ ਬਹੁਤ ਕੰਮ ਕਰ ਰਹੇ ਹਾਂ ਤਾਂ 2400 ਕਿਲੋ ਕੈਲਰੀ ਵੀ ਅਸੀਂ ਪਚਾ ਸਕਦੇ ਹਾਂ। ਨੋਰਮਲ ਬੰਦੇ ਦੇ ਲਈ 1600 ਇਜ਼ ਮੋਰ ਦੈਨ ਇਨਫ। 1600 ਕਿਵੇਂ ਕੀਤੀ ਜਾਵੇ? ਹਾਂਜੀ, ਲਿਊਕਵਾਰਮ ਵਾਟਰ। ਸੋ ਪਲੈਂਟੀ ਆਫ ਫਲੂਇਡਸ ਨੰਬਰ 1, ਜਿਸ ਨਾਲ ਕਿ ਤੁਹਾਡਾ ਖਾਣ ਦਾ ਥੋੜ੍ਹਾ ਕੰਟਰੋਲ ਹੋਵੇ। ਇਸ ਲਈ ਆਪਾਂ ਫਲੂਇਡ ਮੈਕਸੀਮਮ ਕਰਨਾ ਹੁੰਦਾ ਹੈ ਬੋਡੀ ਵਿੱਚ। ਫਲੂਇਡ ਦੀ ਮਾਤਰਾ ਲਿਕੁਇਡ, ਜਿਹੜਾ ਨੋਰਮਲ ਪਾਣੀ ਆਪਣਾ ਘਰ ਦਾ 4 ਲੀਟਰਸ ਇੱਕ ਦਿਨ 'ਚ 4 ਲੀਟਰ ਪਰ ਡੇ ਇਜ਼ ਨੈਸੈਸਰੀ। ਹਾਲਾਂਕਿ ਅਗਰ ਤੁਹਾਨੂੰ CKD ਹੈ ਜਾਂ ਕੋਈ ਹੋਰ ਦਿੱਕਤ ਹੈ ਜਿਸ ਨਾਲ ਕਿ ਵਾਟਰ ਰਿਟੈਂਸ਼ਨ ਹੋ ਰਹੀ ਹੈ ਤੇ ਆਪਾਂ ਇਹ ਲਿਮਿਟ ਕਰ ਸਕਦੇ ਹਾਂ, ਪਰ ਨੋਰਮਲ ਬੰਦਾ 4 ਲੀਟਰ 3 to 4 ਲੀਟਰਸ ਇਜ਼ ਅ ਮਸਟ। ਨੰਬਰ 2 ਲਿਮਿਟ ਸੋਡੀਅਮ ਇਨਟੇਕ। ਜਿਵੇਂ ਕਿ ਮੈਂ ਤੁਹਾਨੂੰ ਰਿਸਕ ਵਿੱਚ ਦੱਸਿਆ ਸੀਗਾ, ਸੋਡੀਅਮ ਇਨਟੇਕ ਦਿਸ ਇਜ਼ ਨਾਟ ਗੁੱਡ। ਸੋਡੀਅਮ ਇਨਟੇਕ ਸਾਡੀ ਲੈਸ ਦੈਨ 5 ਗ੍ਰਾਮ ਪਰ ਡੇ ਹੋਣੀ ਚਾਹੀਦੀ ਹੈ। 5 ਗ੍ਰਾਮ ਸਾਨੂੰ WHO ਦੱਸਦਾ ਹੈ। 5 ਗ੍ਰਾਮ ਇਜ਼ ਲਾਈਕ 1 ਟੇਬਲ ਸਪੂਨ। ਸੋ 1 ਟੇਬਲ ਸਪੂਨ ਤੋਂ ਘੱਟ ਆਪਾਂ ਨੂੰ ਸੋਡੀਅਮ ਦੀ ਮਾਤਰਾ ਇਨਟੇਕ ਕਰਨੀ ਚਾਹੀਦੀ ਹੈ। ਸਪਾਈਸੀ ਫੂਡ ਘਟਾਉਣਾ ਚਾਹੀਦਾ ਹੈ। ਮਿੱਠੇ ਤੋਂ ਪਰਹੇਜ਼ ਜਿੰਨਾ ਕਰ ਸਕੋ ਵਧੀਆ ਹੈ। ਐਕਸਰਸਾਈਜ਼ ਵਿੱਚ WHO ਰਿਕਮੈਂਡ ਕਰਦਾ ਹੈ 30 to 45 ਮਿੰਟਸ ਆਫ ਐਕਸਰਸਾਈਜ਼ ਪਰ ਡੇ ਐਂਡ ਇਟ ਸ਼ੁੱਡ ਬੀ ਆਫ ਮੋਡਰੇਟ ਇੰਟੈਂਸਿਟੀ। ਮੋਡਰੇਟ ਇੰਟੈਂਸਿਟੀ ਤੋਂ ਮਤਲਬ ਤੁਸੀਂ ਬ੍ਰਿਸਕ ਵਾਕ ਯਾਨੀ ਕਿ ਤੇਜ਼ ਤੁਰ ਸਕਦੇ ਹੋ 30 to 45 ਮਿੰਟਸ ਦੇ ਲਈ। ਹੁਣ ਐਕਸਰਸਾਈਜ਼ ਵਿੱਚ ਜਿਹੜੇ ਆਪਣੇ ਮੇਲਸ ਹੈ 30 to 40, 30 to 50 ਏਜ ਗਰੁੱਪ ਵਾਲੇ, ਉਹ ਵੇਟ ਟ੍ਰੇਨਿੰਗ ਵੀ ਕਰ ਸਕਦੇ ਹਨ। ਵੇਟ ਟ੍ਰੇਨਿੰਗ ਦੇ ਨਾਲ ਸਾਡੀ ਮਸਲਸ ਡਿਵੈਲਪ ਕਰਦੀਆਂ ਹਨ, ਜਿਸ ਕਰਕੇ ਕਿ ਸਾਨੂੰ ਜੋ ਸਾਡੇ ਸਰੀਰ ਵਿੱਚ ਬਲੱਡ ਗਲੂਕੋਜ਼ ਲੈਵਲਸ ਮੇਨਟੇਨ ਨਹੀਂ ਰੱਖ ਪਾ ਰਹੇ, ਉਹ ਸਾਡਾ ਸਰੀਰ ਖੁਦ ਬ ਖੁਦ ਉਸ ਨੂੰ ਮੇਨਟੇਨ ਕਰਦਾ ਹੈ। ਨੰਬਰ 2 ਕਾਰਡੀਓ ਕਰਨਾ ਬਹੁਤ ਇੰਪੋਰਟੈਂਟ ਹੈ। 45 ਮਿੰਟਸ ਆਫ ਕਾਰਡੀਓ ਮੋਡਰੇਟ ਇੰਟੈਂਸਿਟੀ ਇਜ਼ ਮੋਰ ਦੈਨ ਇਨਫ। ਅਸੀਂ ਹਾਈ ਫੈਟ ਫੂਡਸ ਜਿਵੇਂ ਕਿ ਫਰਾਈਡ ਫੂਡ ਹੋ ਗਿਆ, ਰਿਫਾਈਨਡ ਹੋ ਗਿਆ, ਆਇਲਸ ਹੋ ਗਏ, ਇਹਨਾਂ ਨੂੰ ਘਟਾਉਣਾ ਹੈ। ਅਵੋਇਡ ਸਮੋਕਿੰਗ ਐਂਡ ਐਲਕੋਹਲ। ਸਮੋਕਿੰਗ ਵੇਜ਼ੋ ਕੰਸਟ੍ਰਿਕਸ਼ਨ ਕਰ ਦਿੰਦੀ ਹੈ। ਸਮੋਕਿੰਗ ਦੇ ਨਾਲ ਸਾਡੇ ਸਰੀਰ ਦੀਆਂ ਜੋ ਨਾੜੀਆਂ ਹੈ ਉਹ ਕਮਜ਼ੋਰ ਹੁੰਦੀਆਂ ਹਨ, ਸਿਕੜ ਜਾਂਦੀਆਂ ਹਨ, ਜਿਸ ਕਰਕੇ ਕਿ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਇਸ ਲਈ ਸਮੋਕਿੰਗ ਸ਼ੁੱਡ ਬੀ
ਸਟਾਪਡ ਐਜ਼ ਸੂਨ ਐਜ਼ ਪੋਸੀਬਲ। ਅਗਰ ਤੁਹਾਡਾ ਤੁਸੀਂ ਡਾਇਗਨੋਸਡ ਹੋਏ ਹੋ ਹਾਈਪਰਟੈਂਸਿਵ ਤਾਂ ਸਮੋਕਿੰਗ ਸ਼ੁੱਡ ਬੀ ਸਟਾਪਡ। ਨੌਨ ਫਾਰਮਾਕੋਲੋਜੀਕਲ ਟ੍ਰੀਟਮੈਂਟ ਬਾਰੇ ਹੁਣ ਅਸੀਂ ਗੱਲ ਕਰਾਂਗੇ ਦਵਾਈਆਂ ਵਾਲੇ ਟ੍ਰੀਟਮੈਂਟ ਦੀ। ਦਵਾਈਆਂ ਵਾਲੇ ਟ੍ਰੀਟਮੈਂਟ ਦੇ ਲਈ ਤੁਸੀਂ ਆਪਣੇ ਡਾਕਟਰ ਨਾਲ ਜੋ ਸਪੈਸ਼ਲਿਸਟ ਹੈਗਾ ਉਹਦੇ ਨਾਲ ਗੱਲ ਕਰ ਸਕਦੇ ਹੋ। ਉਹਨਾਂ ਵਿੱਚ ਕਾਮਨ ਦਵਾਈਆਂ ਜਿਵੇਂ ਕਿ ਐਮਲੋਂਗ ਜਿਵੇਂ ਤੁਹਾਨੂੰ ਪਤਾ ਹੀ ਹੈ 5 mg। ਅਗਰ ਬਹੁਤ ਹੀ ਜ਼ਿਆਦਾ ਹਾਈਪਰਟੈਂਸਿਵ ਐਮਰਜੈਂਸੀ ਹੈ 180 190 ਜਾਂ ਇਵਨ ਕਿ 200 ਹੈ, ਇੱਕਦਮ ਮਰੀਜ਼ ਨੂੰ ਐਮਲੋਂਗ ਦੇ ਕੇ ਤੁਸੀਂ ਆਪਣੇ ਡਾਕਟਰ ਕੋਲ ਲੈ ਕੇ ਜਾ ਸਕਦੇ ਹੋ। ਹੋਰ ਦਵਾਈਆਂ ਵਿੱਚ ARBs ਆਉਂਦੀਆਂ ਹਨ, ACE ਇਨਹਿਬਿਟਰਸ ਆਉਂਦੇ ਹਨ, ਈਵਨ ਕਿ ਡਾਇਟੋਰ ਜਾਂ ਡਾਇਯੂਰੈਟਿਕਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਨ ਉਹ ਆਉਂਦੇ ਹਨ। ਬਟ ਆਪਾਂ ਜਿੰਨਾ ਹੋ ਸਕੇ ਅਸੀਂ ਨੌਨ ਫਾਰਮਾਕੋਲੋਜੀਕਲ ਟ੍ਰੀਟਮੈਂਟ ਵੱਲ ਜਾਈਏ ਇਨ ਪ੍ਰੀ ਹਾਈਪਰਟੈਂਸਿਵ ਸਟੇਜ। ਜੇ ਸਾਡੀ ਉਮਰ ਘੱਟ ਹੈ ਤੇ ਉਹ ਜ਼ਿਆਦਾ ਬੈਟਰ ਹੀ ਹੈ। ਇਸ ਤਰ੍ਹਾਂ ਇਸ ਲਈ ਹੈ ਕਿਉਂਕਿ ਇੱਕ ਸਟੱਡੀ ਹੋਈ ਸੀਗੀ ਜਿਸ ਵਿੱਚ ਦੱਸਿਆ ਗਿਆ ਸੀਗਾ ਕਿ ਜੇ ਅਸੀਂ 10 kg ਆਪਣਾ weight ਰਿਡਿਊਸ ਕਰਦੇ ਹਨ ਤੇ ਸਾਡਾ ਸਿਸਟੋਲਿਕ ਪ੍ਰੈਸ਼ਰ 10 ਤੋਂ 20 mm ਮਰਕਰੀ ਘਟ ਸਕਦਾ ਹੈ। ਜੇਕਰ ਤੁਹਾਡਾ weight 100 kg ਹੈ ਤੇ ਤੁਸੀਂ 80 ਤੱਕ ਲਿਆਂਦੇ ਹੋ ਤਾਂ BP ਤੁਹਾਡਾ ਆਟੋਮੈਟਿਕਲੀ 160 ਤੋਂ 130 ਜਾਂ 140 ਤੱਕ ਆ ਜਾਏਗਾ। ਤੇ ਕਿਉਂ ਨਾ ਅਸੀਂ ਨੌਨ ਫਾਰਮਾਕੋਲੋਜੀਕਲ ਟ੍ਰੀਟਮੈਂਟ ਜੋ ਕਿ ਈਵਨ ਕਿ ਐਕਸਰਸਾਈਜ਼ ਜਸਟ ਬਾਈ ਐਕਸਰਸਾਈਜ਼ਿੰਗ ਜਸਟ ਬਾਈ ਆਪਾਂ ਖਾਣ ਪੀਣ ਦਾ ਆਪਣਾ ਕੰਟਰੋਲ ਕਰਕੇ ਹੀ ਆਪਾਂ ਇਸ ਨੂੰ ਘਟਾਈਏ ਤਾਂ ਕਿ ਅਸੀਂ ਦਵਾਈਆਂ ਵੱਲ ਕਿਉਂ ਜਾਈਏ। ਅੱਜ ਅਸੀਂ ਗੱਲ ਕੀਤੀ ਹਾਈ BP। ਉਮੀਦ ਹੈ ਤੁਹਾਨੂੰ ਹਾਈਪਰਟੈਂਸ਼ਨ ਬਾਰੇ ਕਾਫੀ ਹੱਦ ਤੱਕ ਨੌਲੇਜ ਮਿਲੀ ਹੋਵੇਗੀ। ਐਂਡ ਆਫ ਦਾ ਲੈਸਨ ਸਾਡਾ ਟੇਕ ਹੋਮ ਮੈਸੇਜ ਇਹੀ ਰਹੇਗਾ ਕਿ ਅਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਸਭ ਤੋਂ ਪਹਿਲਾਂ ਲਾਈਫਸਟਾਈਲ ਮੋਡੀਫਿਕੇਸ਼ਨਸ ਵੱਲ ਧਿਆਨ ਦਈਏ, ਜਿਨ੍ਹਾਂ ਵਿੱਚ ਐਕਸਰਸਾਈਜ਼, ਆਪਣਾ ਫੂਡ ਤੇ ਕੰਟਰੋਲ, ਸੋਡੀਅਮ ਤੇ ਕੰਟਰੋਲ, ਆਪਣਾ ਪੀਸ ਆਫ ਮਾਈਂਡ, ਹੈਪੀਨੈਸ ਐਂਡ ਮੋਸਟ ਇੰਪੋਰਟੈਂਟਲੀ ਤੁਹਾਡਾ ਰਹਿਣ ਸਹਿਣ ਦਾ ਤਰੀਕਾ ਜਾਂ ਕਿ ਲਾਈਫਸਟਾਈਲ, ਇਹ ਤੁਸੀਂ ਕੰਟਰੋਲ ਵਿੱਚ ਲਿਆਓ ਤੇ ਸਾਨੂੰ ਕੀ ਟ੍ਰੀਟਮੈਂਟ ਫਾਰਮਾਕੋਲੋਜੀਕਲ ਟ੍ਰੀਟਮੈਂਟ ਡਰੱਗਸ ਵੱਲ ਜਾਣ ਵੱਲ ਮੌਕਾ ਹੀ ਨਾ ਮਿਲੇ। ਸੋ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓਜ਼ ਦੇ ਨਾਲ ਐਂਡ ਥੈਂਕ ਯੂ।